Hello everyone, I am Amarjeet from Amar PTE classes. Again, I am in front of you with my new video, and today's video topic is the reading filling the blanks. Yes, reading filling the blanks is the most important topic of the reading section because it is the second highest contributor of scores in the reading section. Today I will share some important tips and tricks to solve the reading filling the blanks. ਹਾਂਜੀ ਰੀਡਿੰਗ ਫਿਲਿੰਗ ਦਾ ਬਲੈਂਕਸ ਜਿਹੜਾ ਹੈਗਾ ਬਹੁਤ ਮੋਸਟ ਇੰਪੋਰਟੈਂਟ ਟੌਪਿਕ ਹੈਗਾ ਰੀਡਿੰਗ ਸੈਕਸ਼ਨ ਦਾ ਬਿਕੋਜ਼ ਇਹ ਕਾਫੀ ਮਾਰਕਸ ਤੁਹਾਡੇ ਕੰਟਰੀਬਿਊਟ ਕਰਦਾ ਹੈ ਰੀਡਿੰਗ ਸੈਕਸ਼ਨ ਦੇ ਵਿੱਚ। ਸੋ ਪਹਿਲਾ ਟਿਪ ਇਹੀ ਹੈਗਾ ਕਿ ਟਰਾਈ ਟੂ ਅੰਡਰਸਟੈਂਡ ਦੀ ਕੰਟੈਕਸਟ ਆਫ ਦੀ ਪੈਸੇਜ। ਫਰਸਟ ਸਕੈਨ ਦੀ ਪੈਰਾਗ੍ਰਾਫ ਐਂਡ ਟਰਾਈ ਟੂ ਅੰਡਰਸਟੈਂਡ what is given in the paragraph. Now second most important is try to understand the meaning of the words given below. Means ਜਿਹੜੇ words ਤੁਹਾਡੇ ਕੋਲ ਨੀਚੇ given ਹੁੰਦੇ ਨੇ ਤੁਸੀਂ ਉਹਨਾਂ ਦਾ meaning ਵੀ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਜੋ ਮੇਰੀ ਬੱਚਿਆਂ ਨਾਲ ਇੰਟਰੈਕਸ਼ਨ ਹੁੰਦੀ ਹੈ ਤਾਂ ਉਹ ਕੀ ਕਰਦੇ ਨੇ ਕਿ ਸਭ ਤੋਂ ਪਹਿਲਾਂ ਉਹ ਪੈਰਾਗ੍ਰਾਫ ਰੀਡ ਕਰਦੇ ਨੇ ਤੇ ਉਸ ਤੋਂ ਬਾਅਦ ਉਹ ਕੀ ਕਰਦੇ ਨੇ ਕਿ ਜਿਹੜੇ ਤੁਹਾਡੇ ਕੋਲ ਆਪਸ਼ਨਸ ਗਿਵਨ ਨੇ ਤਾਂ ਉਹ ਸਿਰਫ ਆਪਸ਼ਨਸ ਇੱਕ ਇੱਕ ਕਰਕੇ ਚੱਕਣਗੇ ਕਿ ਹਾਂ ਇਹ ਮੈਂ ਇੱਥੇ ਸੂਟ ਕਰ ਲਾਂ ਇਹ ਸ਼ਾਇਦ ਇੱਥੇ ਸੂਟ ਕਰਦੀ ਹੈ। ਸੋ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ। First read the paragraph, then try to understand the context of the paragraph, then read the options given below and try to understand the meanings of that option. Means ਜੇ ਤੁਸੀਂ ਰੋਜ਼ ਪ੍ਰੈਕਟਿਸ ਕਰਦੇ ਹੋ ਤਾਂ ਤੁਹਾਡੀ ਵੋਕੈਬਲਰੀ ਸਟਰੋਂਗ ਹੋਏਗੀ ਤਾਂ ਤੁਹਾਨੂੰ ਆਪਸ਼ਨਸ ਪਤਾ ਲੱਗਦੇ ਜਾਣਗੇ। ਮੀਨਸ ਤੁਹਾਨੂੰ ਮੀਨਿੰਗਸ ਪਤਾ ਹੋਣਗੇ। ਸੋ ਤੁਸੀਂ ਪਹਿਲਾਂ ਇੱਥੇ ਜਿਹੜੀਆਂ ਆਪਸ਼ਨਸ ਨੇ ਉਹ ਦੇਖਣੀਆਂ ਨੇ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਜਦੋਂ ਅਸੀਂ ਬਲੈਂਕਸ ਨੂੰ ਫਿਲ ਕਰਦੇ ਹਾਂ ਤਾਂ ਤੁਹਾਨੂੰ ਆਪਸ਼ਨਸ ਦਿਮਾਗ ਦੇ ਵਿੱਚ ਨਹੀਂ ਰਹਿੰਦੀਆਂ। ਸੋ ਤੁਸੀਂ ਉਹ ਆਪਸ਼ਨਸ ਨੂੰ ਇੱਕ ਵਾਰ ਰੀਡ ਕਰ ਲਓ। ਪਹਿਲਾਂ ਤੁਸੀਂ ਪੈਰਾਗ੍ਰਾਫ ਰੀਡ ਕੀਤਾ ਤਾਂ ਉਸ ਤੋਂ ਬਾਅਦ ਜਿਵੇਂ ਅਪੀਅਰ, ਫੋਕਸ, ਐਡਮਿਟ, ਐਗਜ਼ਿਸਟ, ਓਪਰਚੁਨਿਟੀ, ਪੁਆਇੰਟ, ਚਾਂਸ, ਲੋਸਟ ਐਂਡ ਡਿਸਅਪੀਅਰ। ਸੋ ਇੱਥੇ ਮੈਂ ਤੁਹਾਨੂੰ ਬਰੀਫਲੀ ਦੱਸ ਰਹੀ ਹਾਂ ਅਪੀਅਰ ਕੀ ਹੁੰਦਾ ਕਿ ਜਦੋਂ ਤੁਸੀਂ ਕਿਸੇ ਸਾਹਮਣੇ ਅਪੀਅਰ ਹੋਣਾ ਆਉਣਾ ਮਤਲਬ ਦੈਟ ਇਜ਼ ਦੀ ਅਪੀਅਰ। ਫੋਕਸ ਹੋ ਗਿਆ ਤੁਹਾਡਾ ਇੱਕ ਪੁਆਇੰਟ, ਕਿਹੜੇ ਪੁਆਇੰਟ 'ਤੇ ਤੁਹਾਡਾ ਫੋਕਸ ਹੈ। ਐਡਮਿਟ ਕਿ ਤੁਸੀਂ ਕਿਸੇ ਚੀਜ਼ ਨੂੰ ਐਡਮਿਟ ਕਰ ਰਹੇ ਹੋ, ਚਾਹੇ ਤੁਹਾਡੀ ਗਲਤੀ ਹੈ ਜਾਂ ਫਿਰ ਤੁਸੀਂ ਜੋ ਕੀਤਾ ਉਹਦੇ ਲਈ ਤੁਸੀਂ ਐਡਮਿਟ ਕਰ ਰਹੇ ਹੋ। ਐਗਜ਼ਿਸਟ ਮੀਨਸ ਤੁਸੀਂ ਉਸ ਚੀਜ਼ ਕਿਸੇ ਜਗ੍ਹਾ 'ਤੇ ਐਗਜ਼ਿਸਟ ਕਰ ਰਹੇ ਹੋ। ਓਪਰਚੁਨਿਟੀਜ਼, ਆਪਸ਼ਨਸ, ਪੁਆਇੰਟ one particular point, then chance मतलब इस गल का chance हैगा, you can take chance, then lost मतलब lost होना, disappear मतलब डिसपीयर और लॉस्ट भी एक तरह नाल मतलब वो सेम ही मीनिंग है क्योंकि एक ब्लैंक ਦੇ ਵਿੱਚ ਤੁਹਾਡੇ ਕੋਲ ਸੇਮ ਹੀ ਮੀਨਿੰਗ ਹੋਣਗੇ। ਡਿਸਪੀਅਰ ਮਤਲਬ ਹੋਣਾ ਕਿ ਉੱਥੇ ਤੋਂ ਉਸ ਚੀਜ਼ ਨੇ ਖਤਮ ਹੋ ਜਾਣਾ ਤੇ ਲੌਸਟ ਮਤਲਬ ਬਿਲਕੁਲ ਹੀ ਖਤਮ ਹੋ ਜਾਣਾ। ਸੋ ਇਹਦੇ ਵਿੱਚ ਕੀ ਹੁੰਦਾ ਹੈ ਕਿ ਇਹ ਥੋੜੀਆਂ ਬਲੈਂਕਸ ਬੱਚਿਆਂ ਨੂੰ ਟਿਪੀਕਲ ਤਾਂ ਲੱਗਦੀਆਂ ਕਿ ਜਿਵੇਂ ਇੱਕ ਬਲੈਂਕ ਦੇ ਵਿੱਚ ਦੋ ਸਿਮਿਲਰ ਆਪਸ਼ਨਸ ਹੋ ਗਈਆਂ ਜਿਵੇਂ ਲੌਸਟ ਤੇ ਡਿਸਪੀਅਰ। ਆਲਮੋਸਟ ਇਹਨਾਂ ਦਾ ਮੀਨਿੰਗ ਸੇਮ ਹੈ ਬਟ ਮਾਈਨਰ ਜਾਂ ਡਿਫਰੈਂਸ ਹੈ। ਸੋ ਤੁਸੀਂ ਉਸ ਤਰ੍ਹਾਂ ਨਾਲ ਇੱਕ ਆਪਸ਼ਨ ਹੀ ਚੂਜ਼ ਕਰ ਸਕਦੇ ਹੋ ਤੇ ਇਹਦੇ ਵਿੱਚ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੈ। ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ। ਸੋ ਤੁਸੀਂ ਹਰ ਬਲੈਂਕ ਨੂੰ ਫਿਲ ਜ਼ਰੂਰ ਕਰਨਾ, ਕੋਈ ਵੀ ਬਲੈਂਕ ਨੂੰ ਐਮਟੀ ਨਹੀਂ ਛੱਡਣਾ। ਸੋ ਸਾਡੇ ਕੋਲ ਪੈਰਾਗ੍ਰਾਫ ਹੈ ਸਪੋਰਟਸ ਵੂਮੈਨ ਦੀ ਗੱਲ ਹੋ ਰਹੀ ਹੈ। ਸਪੋਰਟਸ ਵੂਮੈਨਸ ਰਿਕਾਰਡਸ ਆਰ ਇੰਪੋਰਟੈਂਟ ਐਂਡ ਨੀਡ ਟੂ ਬੀ preserved and if the paper records don't dash we need to get out and start interviewing people, not to put to find a dash on it while we still have a dash. After all, the records are not kept in some form or another, then the stories are dashed too. ਜਿਹੜੇ ਤੁਹਾਡੇ ਰੀਡਿੰਗ ਫਿਲਿੰਗ ਦਾ ਬਲੈਂਕਸ ਹੈ ਉਹ ਜਿਹੜੇ ਤੁਹਾਡੇ ਐਜ਼ ਕੰਪੇਅਰ ਟੂ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਉਹਨਾਂ ਦਾ ਜਿਹੜਾ ਟੈਕਸਟ ਹੁੰਦਾ ਘੱਟ ਹੁੰਦਾ 150 ਵਰਡਸ ਔਰ 200 ਵਰਡਸ ਬਟ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਕੈਨ ਬੀ ਅਪ ਟੂ 300 ਵਰਡਸ। ਸੋ ਫਸਟ ਰੀਡ ਦੀ ਫਸਟ ਲਾਈਨ ਸਪੋਰਟਸ ਵੂਮੈਨ ਰਿਕਾਰਡਸ ਆਰ ਇੰਪੋਰਟੈਂਟ। ਜਿਹੜਾ ਰਿਕਾਰਡ ਹੈ ਬਹੁਤ ਇੰਪੋਰਟੈਂਟ ਹੈ ਐਂਡ ਨੀਡ ਟੂ ਬੀ ਪ੍ਰੀਜ਼ਰਵਡ, ਉਹਨੂੰ ਰੱਖਣਾ ਚਾਹੀਦਾ। ਐਂਡ ਇਫ ਦੀ ਪੇਪਰ ਰਿਕਾਰਡ ਡੋਂਟ, ਹੁਣ ਇੱਥੇ ਹੈਗਾ ਕਿ ਜੇ ਤੁਹਾਡਾ ਜਿਹੜਾ ਪੇਪਰ ਰਿਕਾਰਡ ਹੈਗਾ ਉਹ ਤੁਹਾਡਾ ਨਹੀਂ ਹੈਗਾ ਤਾਂ ਇੱਥੇ ਤੁਹਾਡੇ ਕੋਲ ਅਪੀਅਰ ਹੈਗਾ, ਫੋਕਸ, ਐਡਮਿਟ, ਐਗਜ਼ਿਸਟ। ਤਾਂ ਇੱਥੇ ਤੁਹਾਡੇ ਕੋਲ ਹੈਗਾ ਇਫ ਦੀ ਪੇਪਰ ਰਿਕਾਰਡਸ ਡੋਂਟ ਅਪੀਅਰ ਵੀ ਹੋ ਸਕਦਾ ਹੈ ਤੇ ਐਗਜ਼ਿਸਟ ਵੀ ਹੋ ਸਕਦਾ ਹੈ। ਫੋਕਸ, ਐਡਮਿਟ, ਓਪਰਚੁਨਿਟੀ, ਪੁਆਇੰਟ, ਚਾਂਸ, ਲੌਸਟ, ਡਿਸਅਪੀਅਰ ਇਹ ਆਪਸ਼ਨਸ ਨਹੀਂ ਆਉਣਗੇ। ਤੁਹਾਡੇ ਕੋਲ ਆਪਸ਼ਨਸ ਆਉਣਗੇ ਅਪੀਅਰ ਜਾਂ ਐਗਜ਼ਿਸਟ। ਬਟ ਅਪੀਅਰ ਹੁੰਦਾ ਕਿ ਤੁਸੀਂ ਕਿਤੇ ਅਪੀਅਰ ਹੋਣਾ ਮਤਲਬ ਤੁਸੀਂ ਜਾਣਾ ਮਤਲਬ ਉਸ ਨਾਲ ਤੁਹਾਡੀ ਪ੍ਰੈਜ਼ੈਂਸ ਸ਼ੋ ਹੋ ਰਹੀ ਹੈ, ਤੁਹਾਡੀ ਅਪੀਅਰੈਂਸ ਸ਼ੋ ਹੋ ਰਹੀ ਹੈ। ਬਟ ਐਗਜ਼ਿਸਟ ਹੁੰਦਾ ਕਿ ਉਹ ਇੱਥੇ ਹੈ ਵੀ ਹੈ ਜਾਂ ਨਹੀਂ ਹੈਗਾ। ਸੋ ਇੱਥੇ ਜਿਹੜੀ ਆਪਸ਼ਨ ਆਏਗੀ ਉਹ ਆਏਗੀ ਐਗਜ਼ਿਸਟ। if the paper records don't exist we need to get out, ਸਾਨੂੰ ਬਾਹਰ ਆਉਣਾ ਚਾਹੀਦਾ ਹੈ and start interviewing people and not to put too fine a dash on it means ਤੁਹਾਡੇ ਕੋਲ ਹੈਗਾ ਪੁਆਇੰਟ ਜਾਂ ਚਾਂਸ ਕਿਉਂਕਿ ਟੂ ਫਾਈਨ ਓਪਰਚੁਨਿਟੀ ਨਹੀਂ ਆਏਗਾ, ਐਡਮਿਟ ਨਹੀਂ ਆਏਗਾ, ਫੋਕਸ ਜਾਂ ਅਪੀਅਰ ਤਾਂ ਹੁਣ ਖਤਮ ਹੀ ਹੋ ਗਿਆ ਕਿਉਂਕਿ ਅਪੀਅਰ ਤਾਂ ਇਹਦੇ ਨਾਲ ਹੀ ਆ ਸਕਦਾ ਸੀ। ਡਿਸਅਪੀਅਰ ਜਾਂ ਲੌਸਟ ਵੀ ਨਹੀਂ ਆਏਗਾ। ਸੋ ਇੱਥੇ ਜਿਹੜੇ ਸਾਡੇ ਕੋਲ ਆਪਸ਼ਨ ਆ ਸਕਦੀ ਹੈ
not to put to find a point on it. While will still have a, now still have a means ਸਾਡੇ ਕੋਲ ਸਟਿਲ ਹਲੇ ਹੈਗਾ, ਚਾਂਸ ਵੀ ਹੈਗਾ, ਆਪਸ਼ਨ ਵਰਡ ਇੱਥੇ ਨਹੀਂ ਹੈ ਕਿ ਸਾਡੇ ਕੋਲ ਸਟਿਲ ਕੋਈ ਆਪਸ਼ਨ ਹੈ, opportunity ਵੀ ਹੋ ਸਕਦਾ ਹੈ, ਸਟਿਲ ਵੀ ਹੈਵ ਅ ਚਾਂਸ ਔਰ ਦੀ opportunity। ਬਟ ਜਿਹੜਾ ਸਟਿਲ ਸਾਡੇ ਕੋਲ, ਕਿਉਂਕਿ ਆਪਾਂ ਕਹਿੰਦੇ ਹਾਂ ਕਿ ਜਿਹੜਾ ਰਿਕਾਰਡਸ ਹੈ ਅਗਰ ਉਹ ਐਗਜ਼ਿਸਟ ਨਹੀਂ ਹੋ ਰਿਹਾ ਤਾਂ ਅਸੀਂ ਬਾਹਰ ਜਾ ਕੇ ਪੀਪਲਸ ਨੂੰ, ਜਿਹੜੇ ਲੋਕ ਨੇ ਉਹਨਾਂ ਦੀ ਇੰਟਰਵਿਊ ਕਰਨੀ ਹੈ ਤਾਂ ਸਾਡੇ ਕੋਲ ਇੱਕ ਤਰ੍ਹਾਂ ਨਾਲ ਇੱਕ ਚਾਂਸ ਹੈਗਾ। ਸੋ ਚਾਂਸ ਵਰਡ ਜਿਹੜਾ ਹੈਗਾ ਉਹ ਜ਼ਿਆਦਾ ਸੂਟ ਕਰ ਰਿਹਾ। ਕਈ ਬੱਚੇ ਕੀ ਕਰਦੇ ਨੇ ਕਿ ਇੱਥੇ ਦੋਨੋਂ ਆਪਸ਼ਨਸ ਲਾ ਕੇ ਵੀ ਦੇਖ ਲੈਂਦੇ ਨੇ ਕਿ ਪਹਿਲਾਂ ਉਹਨੇ ਇੱਥੇ opportunity ਭਰ ਲਿਆ, ਫਿਰ ਉਹਨੂੰ ਲੱਗਿਆ ਕਿ ਨਹੀਂ ਇਹਦੇ ਨਾਲ ਕੁਝ ਮੀਨਿੰਗ ਨਹੀਂ ਬਣ ਰਿਹਾ, ਤਾਂ ਤੁਸੀਂ ਇੱਥੇ ਚਾਂਸ ਵੀ ਫਿਲ ਕਰ ਸਕਦੇ ਹੋ। ਸਟਿਲ ਹੈਵ ਅ ਚਾਂਸ ਆਫਟਰ ਆਲ ਇਫ ਦੀ ਰਿਕਾਰਡਸ ਆਰ ਨਾਟ ਕੈਪਟ ਇਨ ਸਮ ਫਾਰਮ ਔਰ ਅਨਦਰ, ਮੀਨਸ ਅਗਰ ਤੁਹਾਡੇ ਜਿਹੜੇ ਰਿਕਾਰਡਸ ਨੇ ਉਹ ਕਿਸੇ ਤਰ੍ਹਾਂ ਨਾਲ ਨਹੀਂ ਹੈਗੇ, ਦੈਨ ਦੀ ਸਟੋਰੀਜ਼ ਆਰ ਡੈਸ਼ ਟੂ। ਨਾਓ ਡਿਸਅਪੀਅਰ ਟੂ ਜਾਂ ਲੋਸਟ ਟੂ, ਤਾਂ ਸਟੋਰੀਜ਼ ਕੀ ਹੋ ਜਾਣਗੀਆਂ, ਉਹ ਇੱਕ ਤਰ੍ਹਾਂ ਨਾਲ ਖਤਮ ਹੋ ਜਾਣਗੀਆਂ। ਸੋ ਆਪਾਂ ਇੱਥੇ ਕੀ ਲਿਖਾਂਗੇ, ਲੋਸਟ ਟੂ। ਸੋ ਇਸ ਤਰ੍ਹਾਂ ਨਾਲ ਤੁਸੀਂ ਆਪਸ਼ਨਸ ਨੂੰ ਚੂਜ਼ ਕਰ ਸਕਦੇ ਹੋ। ਸੋ ਜੇ ਇੱਥੇ ਤੁਸੀਂ ਦੇਖੋ ਤਾਂ ਇੱਥੇ ਐਜ਼ ਸੱਚ ਗ੍ਰਾਮਰ ਦਾ ਕੋਈ ਯੂਜ਼ ਨਹੀਂ ਹੋ ਰਿਹਾ, ਬਟ ਕਈ ਵਾਰ ਯੂਜ਼ ਹੁੰਦਾ, ਕਈ ਕੁਝ ਵਰਡਸ 'ਚ ਗ੍ਰਾਮੈਟੀਕਲ ਸੈਂਸ ਹੁੰਦੀ ਹੈ, ਬਟ ਇੱਥੇ ਤੁਸੀਂ ਆਪਸ਼ਨਸ ਦੇ ਅਕੋਰਡਿੰਗ ਹੀ ਚੂਜ਼ ਕਰਨਾ ਹੈ। ਅਤੇ ਹਮੇਸ਼ਾ ਡਰੈਗ ਡਾਊਨ ਜਿਹੜੀਆਂ ਬਲੈਂਕਸ ਨੇ ਉਹਦੇ ਵਿੱਚ ਧਿਆਨ ਰੱਖਣਾ ਹੈ ਕਿ ਤੁਹਾਡੇ ਕੋਲ ਜੇ ਇੱਕ ਆਪਸ਼ਨ ਹੈ ਤਾਂ ਉਹਦੇ ਸਿਮਿਲਰ ਇੱਕ ਆਪਸ਼ਨ ਹੋਰ ਹੋਏਗੀ। ਸੋ ਤੁਸੀਂ ਉਸ, ਇਹ ਐਜ਼ ਸੱਚ ਕੋਈ ਜ਼ਿਆਦਾ ਡਿਫਿਕਲਟ ਬਲੈਂਕਸ ਨਹੀਂ ਹੈ, ਬਟ ਜਦੋਂ ਤੁਹਾਡੇ ਕੋਲ ਦੋ ਆਪਸ਼ਨ ਸਿਮਿਲਰ ਆ ਗਈਆਂ ਤਾਂ ਤੁਹਾਨੂੰ ਚੂਜ਼ ਕਰਨਾ ਡਿਫਿਕਲਟ ਹੁੰਦਾ। ਸੋ ਤੁਸੀਂ ਜਿਹੜੇ ਆਪਣੇ ਆਨਸਰ ਨੇ ਉਹ ਵਾਈਜ਼ਲੀ ਚੂਜ਼ ਕਰਨੇ ਹੈ ਕਿ ਇੱਥੇ ਕੀ ਆਪਸ਼ਨ ਹੋ ਸਕਦਾ ਹੈ। ਤੁਸੀਂ ਇੱਥੇ ਉਹ ਆਪਸ਼ਨ ਲਗਾ ਕੇ ਵੀ ਦੇਖ ਸਕਦੇ ਹੋ ਕਿ ਇਸ ਲਾਈਨ ਦੀ ਕੋਈ ਸੈਂਸ ਬਣ ਰਹੀ ਹੈ ਜਾਂ ਨਹੀਂ ਬਣ ਰਹੀ। ਹੁਣ ਆਪਾਂ ਇੱਕ ਨੈਕਸਟ ਹੋਰ ਕਰਦੇ ਹਾਂ। ਤੇ ਇੱਥੇ ਜਿਹੜੀ ਗੱਲ ਹੋ ਰਹੀ ਹੈ ਯੂਨੀਵਰਸਿਟੀ ਸਾਇੰਸ ਦੀ ਗੱਲ ਹੋ ਰਹੀ ਹੈ। ਫਰਸਟ ਰੀਡ ਦੀ ਪੈਰਾਗ੍ਰਾਫ। ਦੀ closers have been blamed on a dash in student applications but money is dash. Chemistry degrees are expensive to provide compared with English, for example, and some scientists say that the way the government concentrate research dash on a small number of top departments such as Bristol increases the dash. Now there are 4 blanks in one paragraph. Now read the options: profit, risk, motive, fall, rise, funding, factor। ਇਹ ਜਿਹੜੇ ਵਰਡਸ ਨੇ ਬਹੁਤ ਸਿੰਪਲ ਨੇ। ਪ੍ਰੋਫਿਟ ਮਤਲਬ ਕਿਸੇ ਚੀਜ਼ ਦਾ ਤੁਹਾਨੂੰ ਕੀ ਮਤਲਬ ਐਡਵਾਂਟੇਜ ਮਿਲੀ ਆ, ਕੀ ਲਾਭ ਹੋਇਆ। ਰਿਸਕ, ਦੈਨ ਮੋਟਿਵ, ਤੁਹਾਡਾ ਕੀ ਮੋਟਿਵ ਹੈਗਾ। ਫਾਲ, ਡਿੱਗਣਾ। ਰਾਈਜ਼, ਉੱਠਣਾ। ਫੰਡਿੰਗ ਹੋ ਗਿਆ ਤੁਹਾਡੀ, ਜਿਹੜੀ ਤੁਹਾਡੇ ਮਤਲਬ ਤੁਹਾਨੂੰ ਕਿੰਨੇ ਪੈਸੇ ਮਿਲ ਰਹੇ ਨੇ, ਕਿ ਮਤਲਬ ਕਿਸ ਚੀਜ਼ ਵਾਸਤੇ ਕੀ ਗ੍ਰਾਂਟ ਮਿਲ ਰਹੀ ਹੈ। ਦੈਨ ਫੈਕਟਰ। ਨਾਓ ਸਟਾਰਟ ਵਿਦ ਦੀ ਫਸਟ ਲਾਈਨ। ਫਸਟ ਲਾਈਨ ਇਜ਼ ਦੀ ਕਲੋਜ਼ਰ हैव been blamed। क्लोजर मतलब हो गया कि किसी चीज़ ਨੂੰ क्लोज डाउन करना। the closers मतलब ਜਿਹੜਾ ਬੰਦ ਹੋਇਆ have been blamed on a। now ਜੇ closer ਹੋਇਆ it means in student application। ਜੇ closer ਤੁਸੀਂ ਕਰ ਰਹੇ ਹੋ ਤਾਂ fall ਵੀ ਹੋ ਸਕਦਾ ਹੈ, rise ਵੀ ਹੋ ਸਕਦਾ ਹੈ, ਕਿਉਂਕਿ profit, risk, motive, funding, factor ਜਿਹੜਾ ਹੈਗਾ ਉਹ ਤੁਹਾਡਾ ਇੱਥੇ ਸੂਟ ਨਹੀਂ ਕਰ ਰਿਹਾ। ਸੋ closer have been, blame ਕਰ ਰਹੇ ਹਾਂ ਤਾਂ it means ਅਗਰ ਤੁਸੀਂ blame ਕਰ ਰਹੇ ਹੋ ਤਾਂ ਕੀ ਹੋਏਗਾ, fall in student applications। next, but money is a dash। now money ਦੀ ਉੱਥੇ ਗੱਲ ਹੋ ਰਹੀ ਹੈ ਤਾਂ money ਦਾ ਕੀ ਹੈ ਕਿ ਇਹਦੇ ਵਿੱਚ ਜਿਹੜਾ money ਹੈ is a factor, ਕਿਉਂਕਿ ਜੇ ਲਾਸ ਹੋਇਆ ਸਟੂਡੈਂਟ ਐਪਲੀਕੇਸ਼ਨਸ ਦੇ ਨਾਲ ਤਾਂ ਉਹਦੇ ਵਿੱਚ ਕਿਹੜਾ ਹੋਏਗਾ ਕਿ ਇੱਕ ਫੈਕਟਰ ਜਿਹੜਾ ਹੋਏਗਾ ਉਹ money ਦਾ ਵੀ ਹੋਏਗਾ। ਸੋ money ਇੱਥੇ ਜਿਹੜਾ ਵਰਡ ਸੂਟ ਕਰ ਰਿਹਾ ਉਹ ਫੈਕਟਰ ਹੀ ਹੈ, ਫੰਡਿੰਗ ਨਹੀਂ ਹੋਏਗਾ, ਰਾਈਜ਼ ਵੀ ਨਹੀਂ ਹੋਏਗਾ, ਮੋਟਿਵ ਵੀ ਨਹੀਂ ਹੋਏਗਾ, ਜਾਂ ਰਿਸਕ ਜਾਂ ਪ੍ਰੋਫਿਟ ਵੀ ਨਹੀਂ ਹੋਏਗਾ। ਸੋ ਸੈਕਿੰਡ ਆਪਸ਼ਨ ਇਜ਼ ਦੀ ਫੈਕਟਰ। ਨਾਓ ਥਰਡ ਲਾਈਨ ਇਜ਼ chemistry degrees are expensive। ਜਿਹੜੀਆਂ chemistry degrees ਹੈ expensive ਹੈ to provide compared with English, as compared with English, for example, and some scientists say that the way the government concentrates research। now ਇੱਥੇ research ਦੀ ਗੱਲ ਹੋਗੀ। ਸੋ research ਦੇ ਨਾਲ ਇੱਥੇ research profit ਆਪਾਂ ਕਦੇ ਵੀ ਯੂਜ਼ ਨਹੀਂ ਕਰਦੇ, ਰਿਸਕ ਵੀ ਨਹੀਂ ਯੂਜ਼ ਕਰਾਂਗੇ, ਮੋਟਿਵ ਵੀ ਨਹੀਂ ਯੂਜ਼ ਹੋਏਗਾ। ਇੱਥੇ ਕੀ ਹੋਏਗਾ, ਫੰਡਿੰਗ। ਇਹ ਆਟੋਮੈਟਿਕਲੀ ਵਰਡ ਆਪਣੇ ਦੇ ਵਿੱਚ ਇੱਕ ਸੈਂਸ ਬਣਾ ਰਿਹਾ। ਇਨ ਕੇਸ ਜੇ ਤੁਸੀਂ ਇੱਥੇ ਮੋਟਿਵ ਫਿਲ ਕਰਦੇ ਹੋ ਤਾਂ ਇੱਥੇ ਤੁਹਾਡੇ ਕੋਈ ਸੈਂਟੈਂਸ ਦਾ ਆਨਸਰ ਨਹੀਂ ਬਣੇਗਾ। ਸੋ ਆਪਾਂ ਇੱਥੇ ਫਿਲ ਕਰਾਂਗੇ ਫੰਡਿੰਗ on a small number of top departments such as Bristol increases। ਤਾਂ ਇਹਦੇ ਨਾਲ ਕੀ ਹੋਏਗਾ, ਰਿਸਕ ਜਿਹੜਾ ਹੋਏਗਾ ਉਹ ਵੱਧ ਜਾਏਗਾ। ਸੋ ਆਪਾਂ ਇੱਥੇ ਕੀ ਲਿਖਾਂਗੇ, increases the risk। now you can do the proofreading also, like the closer have been blamed on a fall in student applications but money is a factor। chemistry degrees are expensive to provide compared with English, for example, and some scientists say that the way the government concentrates research funding on a small number of top departments such as Bristol increases the
ਰਿਸਕ। ਸੋ ਇਸ ਤਰ੍ਹਾਂ ਨਾਲ ਤੁਸੀਂ ਆਪਣਾ ਜਿਹੜਾ ਆਨਸਰਸ ਹੈ ਉਹ ਚੈੱਕ ਕਰ ਸਕਦੇ ਹੋ। ਜਦੋਂ ਤੁਸੀਂ ਬਲੈਂਕਸ ਨੂੰ ਫਿਲ ਕਰਤਾ ਤਾਂ ਉਸ ਤੋਂ ਬਾਅਦ ਤੁਸੀਂ ਇੱਕ ਵਾਰ ਜਿਹੜੀ ਪ੍ਰੂਫ ਰੀਡਿੰਗ ਹੈ ਉਹ ਜ਼ਰੂਰ ਕਰਨੀ ਹੈ, ਇਨ ਕੇਸ ਜੇ ਤੁਹਾਡੇ ਕੋਲ ਟਾਈਮ ਹੈ। ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤਾਂ ਤੁਸੀਂ ਜਸਟ ਚੈੱਕ ਕਰ ਲਓ ਕਿ ਮੈਂ ਇਹ ਬਲੈਂਕ ਫਿਲ ਕੀਤੀ ਹੈ, ਅਤੇ ਜਸਟ ਇਹ ਚੈੱਕ ਕਰੋ ਕਿ ਉੱਥੇ ਮੇਰਾ ਮਤਲਬ ਕੁਛ ਰਹਿ ਤੇ ਨਹੀਂ ਗਿਆ, ਕਿ ਮੈਂ ਕੋਈ ਬਲੈਂਕ ਨੂੰ ਖਾਲੀ ਤੇ ਨਹੀਂ ਛੱਡਤਾ, ਜਾਂ ਫਿਰ ਤੁਸੀਂ ਜੇ ਤੁਹਾਨੂੰ ਕਿਸੇ 'ਚ ਡਾਊਟ ਹੈਗਾ ਤਾਂ ਤੁਸੀਂ ਉਹ ਡਾਊਟ ਵੀ ਆਪਣਾ ਚੈੱਕ ਕਰ ਸਕਦੇ ਹੋ। ਲੈਟਸ ਡੂ ਦੀ ਨੈਕਸਟ ਐਗਜ਼ਾਮਪਲ। ਨਾਓ ਨੈਕਸਟ ਹੈਗਾ ਜਿਹੜਾ ਨੈਕਸਟ ਪੈਰਾਗ੍ਰਾਫ ਹੈ ਥੋੜਾ ਲੈਂਦੀ ਹੈ, ਸੋ ਆਪਾਂ ਇਹਦੇ ਵਿੱਚ ਲਾਈਨ ਬਾਈ ਲਾਈਨ ਮੈਂ ਤੁਹਾਨੂੰ ਇਹ ਕਰਵਾਵਾਂਗੀ, ਬਟ ਆਪਾਂ ਇੱਕ ਵਾਰ ਆਪਸ਼ਨਸ ਦੇਖ ਲੈਂਦੇ ਹਾਂ। ਇਫੈਕਟਿਵ, ਸਟਰੈਂਥ, ਬੂਮ, ਵੇਰੀਅਸ, ਅਕ੍ਰੋਸ, ਅਲਟੀਮੇਟਲੀ, ਬੂਨ, ਐਫਰਟ, ਸਪੈਸ਼ਲੀ ਐਂਡ ਸਪਰੈਡ। ਨਾਓ ਇੱਥੇ ਗੱਲ ਹੋ ਰਹੀ ਹੈ ਇਫੈਕਟਿਵ, ਮਤਲਬ ਕਿਸੇ ਚੀਜ਼ ਦਾ ਕੋਈ ਇਫੈਕਟਿਵ ਹੋਣਾ। ਨੈਕਸਟ ਹੈਗੀ ਹੈ ਸਟਰੈਂਥ, ਨੈਕਸਟ ਇਜ਼ ਬੂਮ। ਬੂਮ ਸਾਡੇ ਕੋਲ ਮੀਨਿੰਗ ਆਉਂਦਾ ਹੈ ਕਿ ਅ ਪੀਰੀਅਡ ਆਫ ਪ੍ਰੋਸਪੈਰਿਟੀ, ਮੀਨਸ ਜਿੱਥੇ ਤੁਹਾਡੀ ਇਕਨੋਮਿਕ ਗਰੋਥ ਦੀ ਗੱਲ ਹੋ ਰਹੀ ਹੈ, ਦੈਟ ਇਜ਼ ਦੀ ਬੂਮ। ਵੇਰੀਅਸ, ਡਿਫਰੈਂਟ ਟਾਈਪਸ, ਅਕ੍ਰੋਸ, ਅਲਟੀਮੇਟਲੀ, ਅਲਟੀਮੇਟਲੀ ਮੀਨਸ ਕਿ ਅਲਟੀਮੇਟਲੀ ਇਸ ਚੀਜ਼ ਦਾ ਇਹ ਐਂਡ ਹੋਏਗਾ। ਨੈਕਸਟ ਇਜ਼ ਦੀ ਬੂਨ, ਬੂਨ ਮੀਨਸ ਟਾਈਪ ਆਫ ਬੈਨੀਫਿਟ। ਨੈਕਸਟ ਹੈ ਐਫਰਟ, ਸਪੈਸ਼ਲੀ, ਦੈਨ ਸਪਰੈਡ, ਸਪਰੈਡ ਮੀਨਸ ਫੈਲਾਉਣਾ। Now next is the 6 programs represented here report that word of mouth is by far their most dash recruitment tool. Now options ਨੇ effective recruitment tool, strength recruitment tool, boom, various recruitment, ਜੇ various use ਕਰਾਂਗੇ ਤਾਂ tools ਆਏਗਾ, across recruitment tool ਵੀ ਨਹੀਂ ਆਏਗਾ, ultimately ਵੀ ਨਹੀਂ ਹੈ, boon ਵੀ ਨਹੀਂ ਹੈ, effort recruitment tool, especially ਵੀ ਨਹੀਂ ਹੈ, and spread ਵੀ ਨਹੀਂ ਹੈ। ਸੋ ਜੇ ਤੁਸੀਂ options ਦੀ ਗੱਲ ਕਰੋ ਤਾਂ ਇੱਥੇ ਜਿਹੜਾ correct option according to the sense of the line is the effective recruitment tool. Now next line is particularly because it typically yields candidates who are similar to previously successful candidates. Moreover, satisfied candidates and school systems are likely to. Now likely to, strength the word, boom the word, various the word, across, ultimately, boons, effort the words, especially the word, no, spread the word, क्योंकि ਇੱਥੇ ਉਹਨੇ ਗੱਲ ਕਰਿਆ ਕਿ ਮੋਰ ਓਵਰ ਸੈਟਿਸਫਾਈਡ ਕੈਂਡੀਡੇਟ, ਜਿਹੜੇ ਸੈਟਿਸਫਾਈਡ ਕੈਂਡੀਡੇਟ ਨੇ ਤੇ ਸਕੂਲ ਸਿਸਟਮਸ ਨੇ ਉਹ ਕਿਸ ਚੀਜ਼ 'ਤੇ ਬਲੀਵ ਕਰਦੇ ਨੇ, ਸਪਰੈਡ ਦੀ ਵਰਡ। ਵਿਦਾਊਟ ਐਨੀ ਸਪੈਸ਼ਲ ਐਫਰਟ, ਜਾਂ ਫਿਰ ਤੁਹਾਡੇ ਕੋਲ ਐਫਰਟ ਹੀ ਆਪਸ਼ਨ ਹੈ। ਵੇਰੀਅਸ ਜਾਂ ਸਟਰੈਂਥ ਤੁਹਾਡੇ ਕੋਲ ਕੋਈ ਵੀ ਆਪਸ਼ਨ ਇੱਥੇ ਸੂਟ ਨਹੀਂ ਕਰ ਰਹੀ, ਤੁਸੀਂ ਚੈੱਕ ਕਰ ਸਕਦੇ ਹੋ। ਅਕੋਰਡਿੰਗ ਟੂ ਮੀ ਐਫਰਟ ਇਜ਼ ਦੀ ਕਰੈਕਟ ਆਪਸ਼ਨ ਇਨ ਦੀ ਥਰਡ ਬਲੈਂਕ। ਔਨ ਦੀ ਪਾਰਟ ਆਫ ਦੇਅਰ ਪ੍ਰੋਗਰਾਮ, ਵਿਦਾਊਟ ਕਿਸੇ ਸਪੈਸ਼ਲ ਐਫਰਟਸ ਤੋਂ ਉਸ ਪ੍ਰੋਗਰਾਮ 'ਤੇ। ਅਦਰ ਲੈਸ ਪਰਸਨਲ ਐਡਵਰਟਾਈਜ਼ਿੰਗ ਅਪਰੋਚਿਸ ਸਚ ਐਜ਼ ਰੇਡੀਓ ਐਂਡ ਟੈਲੀਵਿਜ਼ਨ ਸਪੋਟਸ ਐਂਡ ਲੋਕਲ ਨਿਊਜ਼ਪੇਪਰ ਐਡਵਰਟੀਜ਼ਮੈਂਟਸ ਹੈਵ ਆਲਸੋ ਪ੍ਰੂਵਨ ਫਰੂਟਫੁਲ। ਮੀਨਸ ਜਿਹੜੀਆਂ ਐਡਵਰਟੀਜ਼ਮੈਂਟਸ ਨੇ ਲੋਕਲ ਨਿਊਜ਼ਪੇਪਰ ਦੇ ਵਿੱਚ ਜਾਂ ਟੈਲੀਵਿਜ਼ਨ ਦੇ, ਰੇਡੀਓ ਦੇ ਵਿੱਚ, ਉਹ ਵੀ ਵਧੀਆ ਤੁਹਾਡੇ ਵਾਸਤੇ ਮਤਲਬ ਫਰੂਟਫੁਲ ਪ੍ਰੂਵ ਹੁੰਦੀਆਂ ਨੇ for newer programs. Now words is specially, ultimately ਨਹੀਂ ਆਏਗਾ for newer programs। ਬਾਕੀ ਜਿਹੜੀਆਂ options ਨੇ ਉਹ ਤੁਹਾਡੇ ਕੋਲ ਕਿਤੇ ਵੀ ਸੂਟ ਨਹੀਂ ਕਰ ਰਹੀਆਂ। So third correct option is the especially for newer programs. New York uses a print advertising campaign to inspire dissatisfied professionals to become teachers. Subway posters send provocative messages to burned out or disillusioned professionals. Tired of diminishing returns, invest in NYC Kids was just one of many Madison Avenue. News coverage has also proven to be a dash to alternative programs. Now ਇੱਥੇ ਜਿਹੜੀਆਂ options ਨੇ ਟੂ ਬੀ ਅ ਦੀ ਗੱਲ ਹੋ ਗਈ, ਸੋ ਇੱਥੇ ਆਪਾਂ ਸਿੰਗਲ ਵਰਡ ਹੀ ਯੂਜ਼ ਕਰਾਂਗੇ, ਇੱਕ ਵਰਡ। ਅਲਟੀਮੇਟਲੀ ਸਾਡਾ ਇੱਥੇ ਨਹੀਂ ਕਰੈਕਟ ਹੋਏਗਾ, ਸੋ ਇੱਥੇ ਬੂਮ ਜਾਂ ਬੂਨ ਆਏਗਾ। ਸੋ ਜੋ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਬੂਮ ਹੈ ਉਹ ਇੱਕ ਪੀਰੀਅਡ ਵਾਸਤੇ ਯੂਜ਼ ਹੁੰਦਾ ਹੈ, ਜਿਵੇਂ ਕਿਸੇ ਵਧੀਆ ਮਤਲਬ ਉਸ ਚੀਜ਼ ਦਾ ਇਹ ਵਧੀਆ ਟਾਈਮ ਪੀਰੀਅਡ ਰਿਹਾ ਤਾਂ ਉਸ ਵਾਸਤੇ ਆਪਾਂ ਯੂਜ਼ ਕਰਦੇ ਹਾਂ। ਬਟ ਜਿਹੜਾ ਬੂਨ ਹੈ ਉਹ ਟਾਈਪ ਆਫ ਬੈਨੀਫਿਟ ਹੁੰਦਾ, ਸੋ ਆਪਾਂ ਇੱਥੇ ਯੂਜ਼ ਕਰਾਂਗੇ ਬੂਨ ਟੂ ਆਲਟਰਨੇਟਿਵ ਪ੍ਰੋਗਰਾਮ। ਨਾਓ ਚੈੱਕ ਦੀ ਆਨਸਰਸ। ਇਹ ਤੁਹਾਡੇ ਆਨਸਰਸ ਨੇ। ਸੋ reading filling the blanks is easy as compared to reading and writing filling the blanks, but first read the paragraph, then read the options also. But if you are confused in some options, then try to fit the options, means use the word here and then try to convey the message, try to understand the meaning of sentence. Now next is, let's do some more examples.
Next is the Chaucer's tale. This is the meaning of the paragraph, mean this is the main message in the paragraph. Then read the options. Now first read the paragraph. Chaucer's tales quickly. Through England in the early 15th century, scholars feel the Canterbury Tales their instant and continued success because of their accurate and often times portrayal of human nature unchanged through 600 years since Chaucer's time. George Massey, founder of the Limited Editions Club, wrote on the Canterbury Tales. Now ਇੱਥੇ ਗੱਲ ਹੋ ਰਹੀ ਹੈ Chaucer's tale ਦੀ and options are reached, arrived, spread, revealed, pictographic and vivid. Now ਜੇ ਆਪਾਂ ਇੱਥੇ ਗੱਲ ਕਰੀਏ ਰੀਚਡ ਐਂਡ ਅਰਾਈਵਡ ਤਾਂ ਰੀਚਡ ਐਂਡ ਅਰਾਈਵਡ ਜਿਹੜਾ ਹੈਗਾ ਉਹ ਸੇਮ ਮੀਨਿੰਗ ਕਨਵੇ ਕਰ ਰਿਹਾ ਹੈ। ਸੋ ਸਪਰੈਡ ਔਰ ਰਿਵੀਲ ਦੇ ਵਿੱਚ ਥੋੜਾ ਡਿਫਰੈਂਸ ਹੈ। ਸਪਰੈਡ ਮਤਲਬ ਤੁਸੀਂ ਕਿਸੇ ਨਿਊਜ਼ ਨੂੰ ਫੈਲਾਉਣਾ ਐਂਡ ਰਿਵੀਲ ਮਤਲਬ ਹੋ ਗਿਆ ਕਿ ਇਹ ਚੀਜ਼ ਉੱਥੋਂ ਨਿਕਲੀ, ਇਹ ਉਹਦਾ ਸੱਚ ਮਤਲਬ ਬਾਹਰ ਆਇਆ, ਦੈਟ ਇਜ਼ ਦੀ ਰਿਵੀਲ। ਨਾਓ ਪਿਕਟੋਗ੍ਰਾਫਿਕ ਹੋ ਗਿਆ ਕਿ ਤੁਸੀਂ ਕੋਈ ਪੋਰਟਰੇਟ ਬਣਾ ਰਹੇ ਹੋ, ਕਿਸੇ ਹਿਸਟੋਰਿਕ ਪੋਰਟਰੇਟ ਹੈ, ਦੈਟ ਇਜ਼ ਦੀ ਪਿਕਟੋਗ੍ਰਾਫੀ। ਐਂਡ ਵਿਵਿਡ ਸਾਡੇ ਕੋਲ ਆਪਸ਼ਨ ਹੁੰਦਾ ਹੈ ਕਲੀਅਰ ਇਮੇਜਸ ਇਨ ਦੀ ਮਾਈਂਡ, ਮਤਲਬ ਬ੍ਰਾਈਟ, ਦੈਟ ਇਜ਼ ਦੀ ਵਿਵਿਡ। ਨਾਓ ਰੀਚਡ ਔਰ ਅਰਾਈਵਡ ਦੇ ਵਿੱਚ ਕੀ ਡਿਫਰੈਂਸ ਹੈ? ਅਰਾਈਵ ਮਤਲਬ ਤੁਸੀਂ ਕਿਸੇ ਡੈਸਟੀਨੇਸ਼ਨ 'ਤੇ ਪਹੁੰਚ ਰਹੇ ਹੋ ਵਿਦਾਊਟ ਐਨੀ ਡਿਫਿਕਲਟੀਜ਼, ਬਟ ਅਗਰ ਤੁਸੀਂ ਰੀਚਡ ਦੀ ਗੱਲ ਕਰ ਰਹੇ ਹੋ ਤਾਂ ਰੀਚਡ ਤੁਹਾਡੇ ਕੋਲ ਆਉਂਦਾ ਹੈ ਕਿ ਕਮ ਟੂ ਡੈਸਟੀਨੇਸ਼ਨ ਵਿਦ ਡਿਫਿਕਲਟੀਜ਼। ਮਤਲਬ ਤੁਸੀਂ ਮੰਨ ਲਓ ਤੁਸੀਂ ਆਫਿਸ ਪਹੁੰਚੇ ਬਟ ਤੁਹਾਨੂੰ ਕੁਝ ਡਿਫਿਕਲਟੀਜ਼ ਫੇਸ ਹੋਈਆਂ, ਮੰਨ ਲਓ ਤੁਹਾਡੀ ਕਾਰ ਦਾ ਟਾਇਰ ਪੈਂਚਰ ਹੋ ਗਿਆ ਜਾਂ ਤੁਹਾਨੂੰ ਵੈਸੇ ਤੁਹਾਨੂੰ ਮਤਲਬ ਟ੍ਰੈਫਿਕ ਜ਼ਿਆਦਾ ਮਿਲ ਗਿਆ, ਦੈਟ ਇਜ਼ ਦੀ ਰੀਚਡ। ਅਰਾਈਵਡ ਮਤਲਬ ਤੁਸੀਂ ਆਰਾਮ ਨਾਲ ਪਹੁੰਚ ਗਏ। ਸੋ ਆਪਾਂ ਫਿਲ ਕਰਦੇ ਹਾਂ Chaucer's tales quickly through England in the early 15th century. Now ਇੱਥੇ ਆਪਣੇ ਕੋਲ ਅਰਾਈਵਡ ਔਰ ਰੀਚਡ ਤਾਂ ਫਿਲ ਹੋਏਗਾ ਕਿ ਜੇ ਆਪਾਂ ਕਹੋਗੇ ਕਿ ਆਇਆ ਮਤਲਬ ਪਹੁੰਚਿਆ, ਬਟ ਇੱਥੇ Chaucer's tale ਦੀ ਗੱਲ ਹੋ ਰਹੀ ਹੈ। ਸੋ ਇੱਥੇ ਕੀ ਵਰਡ ਯੂਜ਼ ਹੋਏਗਾ? ਮਤਲਬ ਥਰੂ ਇੰਗਲੈਂਡ ਹੈ, ਮਤਲਬ ਸਾਰੇ ਇੰਗਲੈਂਡ ਦੇ ਮਤਲਬ ਥਰੂ ਇੰਗਲੈਂਡ ਉਹ ਚੀਜ਼ ਤੁਹਾਡੀ ਅਰਲੀ 15th ਸੈਂਚੁਰੀ ਦੇ ਵਿੱਚ ਹੋਈ। ਸੋ ਕਿਵੇਂ ਹੋਈ? ਸਪਰੈਡ ਹੋਈ ਥਰੂ ਇੰਗਲੈਂਡ, ਮਤਲਬ ਇੰਗਲੈਂਡ ਦੇ ਥਰੂ ਉਹ ਚੀਜ਼ ਬਾਹਰ ਆਈ। ਸਕੋਲਰਸ ਫੀਲ ਦੀ ਕੈਂਟਰਬਰੀ ਟੇਲਸ। ਨਾਓ ਦੇਅਰ ਇੰਸਟੈਂਟ ਐਂਡ ਕੰਟੀਨਿਊਡ ਸਕਸੈਸ, ਜਿਹੜੀਆਂ ਕੈਂਟਰਬਰੀ ਟੇਲਸ ਨੇ ਉਹ ਪਹੁੰਚੀਆਂ ਮੀਨਸ ਰੀਚਡ ਦੇਅਰ ਇੰਸਟੈਂਟ and continued success because of their accurate and often times portrayal of human nature. Now ਇੱਥੇ ਸਾਡੇ ਕੋਲ ਪੋਰਟਰੇਲ ਦੀ ਗੱਲ ਹੋ ਰਹੀ ਹੈ ਤਾਂ ਇੱਥੇ ਵਿਵਿਡ ਹੀ ਆਏਗਾ ਜਾਂ ਪਿਕਟੋਗ੍ਰਾਫਿਕ ਵੀ ਆ ਸਕਦਾ ਹੈ, ਬਟ ਇੱਥੇ ਆਪਾਂ ਬ੍ਰਾਈਟ ਪੋਰਟਰੇਲ ਮਤਲਬ ਬ੍ਰਾਈਟ ਹਿਊਮਨ ਮਤਲਬ ਹਿਊਮਨ ਨੇਚਰ ਦੀ ਗੱਲ ਹੋ ਰਹੀ ਹੈ। ਸੋ ਆਪਾਂ ਇੱਥੇ ਕੀ ਯੂਜ਼ ਕਰਾਂਗੇ? ਵਿਵਿਡ। ਸੋ ਆਪਾਂ ਇੱਕ ਵਾਰ ਰੀਡ ਕਰ ਲੈਂਦੇ ਹਾਂ। Chaucer's tale quickly spread to England in the early 15th century. Scholars feel the Canterbury Tales reached their instant and continued success because of their accurate and often time vivid. ਸੋ ਇਸ ਤਰ੍ਹਾਂ ਨਾਲ ਤੁਸੀਂ ਆਪਸ਼ਨਸ ਇੱਥੇ ਚੂਜ਼ ਕਰ ਸਕਦੇ ਹੋ। ਤੁਸੀਂ ਇੱਥੇ ਦੇਖ ਸਕਦੇ ਹੋ ਕਿ ਐਜ਼ ਸੱਚ ਇੱਥੇ ਕੋਈ ਗ੍ਰਾਮਰ ਨਹੀਂ ਯੂਜ਼ ਹੋ ਰਹੀ, ਬਟ ਤੁਸੀਂ ਜਿਹੜਾ ਮੀਨਿੰਗ ਚੂਜ਼ ਕਰਨਾ ਹੈ ਉਹ ਅੱਗੇ ਦੇਖ ਕੇ ਤੇ ਲਾਈਨ ਦੇ ਬੈਕ ਸਾਈਡ ਤੇ ਪਿੱਛੇ ਦੇਖ ਕੇ ਚੂਜ਼ ਕਰਨਾ ਹੈ ਕਿ ਇੱਥੇ ਜਿਹੜੀ ਕਰੈਕਟ ਆਪਸ਼ਨ ਹੈ ਉਹ ਕੀ ਹੋ ਸਕਦੀ ਹੈ। ਸੋ ਚੂਜ਼ ਦੀ ਆਨਸਰਸ ਕੇਅਰਫੁਲੀ। ਨਾਓ ਲੈਟਸ ਡੂ ਵਨ ਮੋਰ। ਇੱਥੇ ਗੱਲ ਹੋ ਰਹੀ ਹੈ ਟੀਨੇਜ ਡਾਟਰ। ਨਾਓ ਪਹਿਲਾਂ ਆਪਾਂ ਪੈਰਾਗ੍ਰਾਫ ਰੀਡ ਕਰਾਂਗੇ, ਦੈਨ ਆਪਾਂ ਮੀਨਿੰਗ ਰੀਡ ਕਰਾਂਗੇ। ਸੋ ਪਹਿਲਾਂ ਮੈਂ ਮੀਨਿੰਗ ਦੇਖ ਰਹੀ ਹਾਂ। ਐਕਸਪਲੋਰਡ, ਅਡਲਟ, ਰਿਸਪੈਕਟਿਵਲੀ, ਸ਼ਾਰਪ, ਐਕਸਪਲੋਰਿੰਗ, ਯੂਨੀਕ, ਅਡੋਲਸੈਂਟ, ਐਟ ਦੀ ਸੇਮ ਟਾਈਮ, ਬੋਥ, ਡਿਵੈਲਪਮੈਂਟ। ਐਕਸਪਲੋਰਡ ਤੇ ਐਕਸਪਲੋਰਿੰਗ ਦੋਨੋਂ ਸੇਮ ਮੀਨਿੰਗ ਹੈ, ਬਟ ਇੱਥੇ ਥਰਡ ਫਾਰਮ ਯੂਜ਼ ਹੋ ਰਹੀ ਹੈ ਤੇ ਇੱਥੇ ING ਯੂਜ਼ ਹੋ ਰਹੀ ਹੈ। ਤੋ ਇੱਥੇ ਅਡਲਟ ਹੋ ਗਿਆ, ਇੱਥੇ ਅਡੋਲਸੈਂਟ ਹੋ ਗਿਆ। ਸੇਮ ਟਾਈਮ ਇੱਕ ਤਰ੍ਹਾਂ ਇੱਕੋ ਟਾਈਮ 'ਤੇ, ਬੋਥ ਦੋਨੋਂ, ਡਿਵੈਲਪਮੈਂਟ ਜੋ ਚੀਜ਼ ਡਿਵੈਲਪ ਹੋ ਰਹੀ ਹੈ, ਸ਼ਾਰਪ ਤੇਜ਼, ਅਤੇ ਇੱਥੇ ਯੂਨੀਕ ਮਤਲਬ ਜਿਹਦੇ 'ਚ ਕੁਛ ਚੀਜ਼ ਡਿਫਰੈਂਟ ਹੁੰਦੀ ਹੈ। ਸੋ ਆਪਾਂ ਟਰਾਈ ਕਰਦੇ ਹਾਂ। Your teenage daughter gets top marks in school, captains the debate team and volunteers at a shelter for homeless people, but while driving the family car, मतलब उत्थे teenage daughter दी गल करिए कि get top marks in school, captain the debate team, volunteer भी है। While driving the family car, she text messages her best friend and rear ends another vehicle. How can teens be so clever? Means ਉਹ same time ਤੇ ਜਿਵੇਂ ਆਪਾਂ ਕਹਿ ਲਓ ਕਿ
ਇਹ ਮਤਲਬ ਸਕੂਲ ਦੇ ਵਿੱਚ ਵੀ ਵਧੀਆ ਹੈ, ਮਤਲਬ ਖੇਡਣ ਦੇ ਵਿੱਚ ਵੀ ਵਧੀਆ ਹੈਗੀ ਹੈ, ਮਤਲਬ ਜਿਹੜਾ ਹੈਗਾ ਕਿ ਬਾਕੀ ਜਿਹੜੇ ਕੰਮ ਨੇ ਉਹ ਵੀ ਕਰ ਰਹੀ ਹੈ। ਬਟ ਜਦੋਂ ਉਹ ਫੈਮਿਲੀ ਕਾਰ ਨੂੰ ਕੋਈ ਡਰਾਈਵ ਕਰ ਰਹੀ ਹੈ ਤਾਂ ਉਸ ਟਾਈਮ 'ਤੇ ਜੇ ਕੋਈ ਮੈਸੇਜ ਕਰ ਰਹੀ ਹੈ ਜਾਂ ਕੋਈ ਵਹੀਕਲ ਆ ਰਿਹਾ ਮਤਲਬ ਸੇਮ ਟਾਈਮ 'ਤੇ ਉਹ ਸਾਰੀਆਂ ਚੀਜ਼ਾਂ ਕਰ ਰਹੀ ਹੈ। ਦੈਨ ਉਹਨੇ ਕਿਹਾ ਕਿ ਹਾਊ ਕੈਨ ਟੀਨਸ ਬੀ ਸੋ ਕਲੈਵਰ, ਅਕੰਪਲਿਸ਼ਡ ਐਂਡ ਰਿਸਪੋਂਸਿਬਲ ਐਂਡ ਰੈਕਲੈਸ। ਮੀਨਸ ਉਹ ਸੇਮ ਟਾਈਮ 'ਤੇ ਕਲੈਵਰ ਵੀ ਹੈ ਅਤੇ ਸਾਰੇ ਕੰਮ ਵੀ ਕਰ ਰਹੀ ਹੈ, ਰਿਸਪੋਂਸੀਬਲ ਵੀ ਹੈ, ਬਟ ਹਾਰਸ਼ ਵੀ ਹੈ। ਮਤਲਬ ਇਹ ਸਾਰੀਆਂ ਚੀਜ਼ਾਂ ਕਦੋਂ ਹੋ ਰਹੀਆਂ? ਆਪਣੇ ਕੋਲ ਆਪਸ਼ਨਸ ਨੇ ਐਟ ਦੀ ਸੇਮ ਟਾਈਮ, ਤੇ ਬਾਕੀ ਆਪਸ਼ਨਸ ਨੇ ਯੂਨੀਕ, ਅਡੋਲਸੈਂਟ, ਸ਼ਾਰਪ, ਰਿਸਪੈਕਟਿਵਲੀ, ਐਕਸਪਲੋਰਡ, ਬੋਥ ਐਂਡ ਡਿਵੈਲਪਮੈਂਟ। ਆਪਸ਼ਨਸ ਕਾਫੀ ਨੇ ਬਟ ਆਪਾਂ ਨੇ ਦੇਖਣਾ ਹੈ ਕਿ ਇਸ ਤਰ੍ਹਾਂ ਨਾਲ ਮਤਲਬ ਉਹ ਇੱਕ ਟਾਈਮ 'ਤੇ ਸਾਰਾ ਕੁਝ ਹੋ ਰਿਹਾ ਤਾਂ ਆਪਾਂ ਇੱਥੇ ਕੀ ਕਰਾਂਗੇ, ਆਪਾਂ ਇੱਥੇ ਰਿਸਪੈਕਟਿਵਲੀ ਵੀ ਮਤਲਬ ਆਪਸ਼ਨ ਹੋ ਸਕਦੀ ਹੈ। ਕੁਝ ਬੱਚੇ ਰਿਸਪੈਕਟਿਵਲੀ ਵੀ ਸੋਚਣਗੇ ਕਿ ਰਿਸਪੈਕਟਿਵਲੀ ਵੀ ਹੋ ਸਕਦੀ ਹੈ, ਬਟ ਰਿਸਪੈਕਟਿਵਲੀ ਹੁੰਦਾ ਹੈ ਕਿ ਇੱਕ ਤੋਂ ਬਾਅਦ ਇੱਕ, ਮਤਲਬ ਆ ਕਰਿਆ ਫਿਰ ਉਹ ਕਰਿਆ ਫਿਰ ਇਹ ਕਰਿਆ ਫਿਰ ਤੀਜਾ ਆਇਆ ਚੌਥਾ ਆਇਆ, ਤਾਂ ਆਪਾਂ ਇੱਥੇ ਆਪਸ਼ਨ ਕੀ ਲਵਾਂਗੇ, ਐਟ ਦੀ ਸੇਮ ਟਾਈਮ। Next is easily, according to two physicians at Children's Hospital Boston and Harvard Medical School who have been। ਮਤਲਬ ਇੱਥੇ ਗੱਲ ਹੋ ਰਹੀ ਹੈ ਕਿ ਇਹ ਚੀਜ਼ ਚੱਲ ਰਹੀ ਹੈ ਤਾਂ ਆਪਣੇ ਕੋਲ ਇੱਥੇ ਆਪਸ਼ਨਸ ਕੀ ਨੇ, ਡੈਸ਼ ਦੀ ਡੈਸ਼ ਸਟਰਕਚਰ ਐਂਡ ਕੈਮਿਸਟਰੀ ਆਫ ਦੀ ਡੈਸ਼ ਬ੍ਰੇਨ। ਸੋ ਇੱਥੇ 3 ਬਲੈਂਕਸ ਇੱਕ ਹੀ ਲਾਈਨ ਦੇ ਵਿੱਚ ਆ ਗਈਆਂ। ਸੋ ਜਿਹੜੀ ਤੁਹਾਨੂੰ ਈਜ਼ੀ ਲੱਗ ਰਹੀ ਹੈ ਉਹ ਆਪਾਂ ਇੱਥੇ ਫਿਲ ਕਰ ਸਕਦੇ ਹਾਂ। ਤਾਂ ਉਸ ਤੋਂ ਬਾਅਦ ਹੂ ਹੈਵ ਬੀਨ ਡੈਸ਼ ਦੀ ਡੈਸ਼ ਸਟਰਕਚਰ। ਹੁਣ ਇੱਥੇ ਆਪਾਂ ਹੋਰ ਚੀਜ਼ ਮਤਲਬ ਇੱਥੇ ਮੈਨੂੰ ਥੋੜ੍ਹਾ ਕਨਫਿਊਜ਼ਨ ਹੈ ਕਿ ਇੱਥੇ ਕੀ ਆ ਸਕਦਾ, ਐਕਸਪਲੋਰ ਆ ਸਕਦਾ, ਮਤਲਬ ਉਹ ਚੀਜ਼ ਇਹ ਕਰ ਰਹੇ ਨੇ, ਦੋ ਜਿਹੜੇ ਫਿਜ਼ੀਸ਼ੀਅਨਸ ਨੇ ਉਹ ਇਸ ਹੌਸਪੀਟਲ ਦੇ ਵਿੱਚ ਕੁਝ ਕਰ ਰਹੇ ਨੇ। ਤਾਂ ਉਹ ਕੀ ਕਰ ਰਹੇ ਨੇ, ਇੱਥੇ ਆਪਣੇ ਕੋਲ ਅਡਲਟ, ਰਿਸਪੈਕਟਿਵਲੀ, ਐਕਸਪਲੋਰਿੰਗ ਹੋ ਸਕਦਾ, ਯੂਨੀਕ ਹੋ ਸਕਦਾ, ਬੋਥ ਡਿਵੈਲਪਮੈਂਟ ਨਹੀਂ ਹੋ ਸਕਦਾ, ਇੱਥੇ ਐਕਸਪਲੋਰਡ ਹੋ ਸਕਦਾ ਜਾਂ ਐਕਸਪਲੋਰਿੰਗ ਹੋ ਸਕਦਾ। ਬਟ ਉਹਨੇ ਕਿਹਾ ਕਿ ਇਹ ਚੀਜ਼ ਚੱਲ ਰਹੀ ਹੈ ਤਾਂ ਆਪਾਂ ਇੱਥੇ ਵੂ ਹੈਵ ਬੀਨ ਦੇ ਨਾਲ ਕੀ ਯੂਜ਼ ਕਰਾਂਗੇ, ਐਕਸਪਲੋਰਿੰਗ ਦੀ ਡੈਸ਼ ਸਟਰਕਚਰ ਐਂਡ ਕੈਮਿਸਟਰੀ ਆਫ। ਨਾਓ ਇੱਥੇ ਟੀਨਏਜ ਡਾਟਰ ਦੀ ਗੱਲ ਹੋ ਰਹੀ ਹੈ। ਸੋ ਇੱਥੇ ਸਟਰਕਚਰ ਐਂਡ ਕੈਮਿਸਟਰੀ ਆਫ ਦੀ ਬ੍ਰੇਨ, ਉਸੇ ਦਾ ਬ੍ਰੇਨ ਜਿਹੜਾ ਹੈਗਾ ਉਸੇ 'ਤੇ ਸਟੱਡੀ ਹੋ ਰਹੀ ਹੈ। ਦੈਨ ਵੀ ਯੂਜ਼ ਅਡੋਲੈਸੈਂਟ ਬ੍ਰੇਨ, ਅਡੋਲੈਸੈਂਟ ਬ੍ਰੇਨ। ਨਾਓ ਡੈਸ਼ ਸਟਰਕਚਰ, ਸਟਰਕਚਰ ਕਿਹੜਾ ਹੋ ਸਕਦਾ ਹੈ, ਸ਼ਾਰਪ ਵੀ ਹੋ ਸਕਦਾ ਹੈ, ਯੂਨੀਕ ਵੀ ਹੋ ਸਕਦਾ ਹੈ। ਅਡਲਟ ਤਾਂ ਨਹੀਂ ਹੋਏਗਾ ਕਿਉਂਕਿ ਇੱਥੇ ਆਪਾਂ ਜਿਹੜਾ ਯੂਜ਼ ਕਰ ਲਿਆ ਉਹ ਯੂਜ਼ ਕਰ ਲਿਆ ਅਡੋਲੈਸੈਂਟ। ਸੋ ਇੱਥੇ ਯੂਨੀਕ ਤੇ ਸ਼ਾਰਪ ਆਪਣੇ ਦੋਨੋਂ ਆਪਸ਼ਨਸ ਹੋ ਸਕਦੇ ਨੇ, ਬਟ ਸ਼ਾਰਪ ਸਟਰਕਚਰ ਸਾਡਾ ਕੋਈ ਸੈਂਸ ਨਹੀਂ ਬਣਾ ਰਿਹਾ ਤਾਂ ਆਪਾਂ ਇੱਥੇ ਯੂਜ਼ ਕਰਾਂਗੇ ਯੂਨੀਕ ਸਟਰਕਚਰ ਐਂਡ ਕੈਮਿਸਟਰੀ। The teenage brain is not just an adult brain with fewer miles on it, says Francis A. Jensen, a professor of neurology. It's a paradoxical time of, now time of ਕਿਹਦਾ ਹੈਗਾ, ਡਿਵੈਲਪਮੈਂਟ ਦਾ ਹੈਗਾ, ਅਡਲਟ ਦਾ, ਰਿਸਪੈਕਟਿਵਲੀ, ਸ਼ਾਰਪ, ਬੋਥ। ਸੋ ਇੱਥੇ ਮੇਰੇ ਅਕੋਰਡਿੰਗ ਕੀ ਆਏਗਾ, ਟਾਈਮ ਆਫ ਡਿਵੈਲਪਮੈਂਟ। These are people with very, ਹੁਣ ਇੱਥੇ ਆਪਣੇ ਕੋਲ ਸ਼ਾਰਪ ਵੀ ਆ ਸਕਦਾ ਹੈ ਤੇ ਯੂਨੀਕ ਆਪਾਂ ਨੇ ਇੱਥੇ ਪਾ ਲਿਆ, ਬਟ ਅਗਰ ਆਪਾਂ ਇੱਥੇ ਚੇਂਜ ਕਰਕੇ ਦੇਖਦੇ ਹਾਂ, ਇੱਥੇ ਸ਼ਾਰਪ ਪਾਉਂਦੇ, ਸ਼ਾਰਪ ਸਟਰਕਚਰ ਨਹੀਂ ਪਏਗਾ, ਸ਼ਾਰਪ ਇੱਥੇ ਹੀ ਪਏਗਾ। Sharp brains, but they are not quite sure what to do with them. Research during the past 10 years, powered by technology such as functional magnetic resonance imaging, has revealed that young brains have fast growing synapses and sections that remain unconnected. ਹੁਣ ਇੱਥੇ ਆਪਣੇ ਕੋਲ ਫਾਸਟ ਗਰੋਇੰਗ ਦੀ ਗੱਲ ਹੋ ਗਈ ਐਂਡ ਸੈਕਸ਼ਨਸ ਦੀ ਗੱਲ ਹੋ ਗਈ, ਤਾਂ ਆਪਾਂ ਦੋ ਚੀਜ਼ਾਂ ਦੀ ਗੱਲ ਹੋ ਗਈ ਤਾਂ ਆਪਾਂ ਇੱਥੇ ਕਵਾਂਗੇ ਬੋਥ। ਯੰਗ ਬ੍ਰੇਨਸ ਹੈ ਬੋਥ ਫਾਸਟ ਗਰੋਇੰਗ and section remain unconnected. Now do the proofreading. If you want to do some changes then you can do. Your teenage daughter gets top marks in school, and but how can teens be so clever, accomplished and responsible and reckless at the same time? Easily, according to two physicians at this who have been exploring the unique structure and chemistry of the adolescent brain. The teenage brain is not just an adult brain with fewer miles on it, says Francis, professor of neurology. It's a paradoxical time of development. These are people with very sharp brains, but they are not quite sure what to do with them. Research during this resonance has revealed that young brains have both fast growing and sections remain unconnected. Now, ਇਹ ਤੁਹਾਡੇ options ਨੇ। So
ਮੇਰਾ ਕਹਿਣ ਦਾ ਮਤਲਬ, ਤੁਹਾਡਾ ਮੀਨਿੰਗ ਸਿਰਫ ਇਹੀ ਹੈਗਾ ਕਿ ਜਦੋਂ ਵੀ ਤੁਸੀਂ ਡਰੈਗ ਡਾਊਨ ਬਲੈਂਕਸ ਕਰਦੇ ਹੋ ਤਾਂ ਤੁਸੀਂ ਇੱਕ ਵਾਰ ਸਾਰੀਆਂ ਆਪਸ਼ਨਸ ਜ਼ਰੂਰ ਦੇਖਣੀਆਂ ਨੇ, ਕਿਉਂਕਿ ਮੋਸਟ ਆਫ ਦਿਸ ਟਾਈਮ ਜੇ ਅਸੀਂ ਆਪਸ਼ਨਸ ਨਹੀਂ ਦੇਖਦੇ ਤਾਂ ਕੁਛ ਨਾ ਕੁਛ ਸਾਡੇ ਕੋਲੋਂ ਸਕਿਪ ਹੋ ਜਾਂਦਾ ਹੈ, ਕਿਉਂਕਿ ਅਸੀਂ 2-4 ਤੇ ਹੀ ਜ਼ਿਆਦਾ ਫੋਕਸ ਕਰਦੇ ਹਾਂ ਕਿ ਇਹ ਤਾਂ ਨਹੀਂ ਹੈਗੀ ਆ, ਇਹ ਆਪਸ਼ਨ ਤਾਂ ਨਹੀਂ ਹੈਗੀ। ਤੇ ਦੂਜਾ, ਤੁਸੀਂ ਆਪਣੀ ਵੋਕੈਬਲਰੀ ਰੋਜ਼ ਮਤਲਬ ਜਿਹੜੇ ਵਰਡਸ ਆਪਸ਼ਨ ਦੇ ਵਿੱਚ ਨੇ ਜਿਨ੍ਹਾਂ ਦਾ ਤੁਹਾਨੂੰ ਮੀਨਿੰਗ ਨਹੀਂ ਪਤਾ ਕਿ ਇਹਦਾ ਮੀਨਿੰਗ ਕੀ ਹੋ ਸਕਦਾ, ਜਿਵੇਂ 2 ਸਿਮਿਲਰ ਵਰਡ ਹੋ ਗਏ ਤਾਂ ਤੁਸੀਂ ਉਹਨਾਂ ਦਾ ਮੀਨਿੰਗ ਜ਼ਰੂਰ ਟਰਾਈ ਕਰਨਾ ਹੈ ਕਿ ਤੁਹਾਨੂੰ ਉਹਨਾਂ ਦਾ ਮੀਨਿੰਗ ਜ਼ਰੂਰ ਪਤਾ ਲੱਗੇ। ਸੋ ਇਹੀ ਅੱਜ ਦਾ ਲੈਕਚਰ ਸੀਗਾ ਕਿ ਤੁਸੀਂ ਕਿਸ ਤਰ੍ਹਾਂ ਆਪਣੀਆਂ ਰੀਡਿੰਗ ਫਿਲਿੰਗ ਦਾ ਬਲੈਂਕਸ ਇੰਪਰੂਵ ਕਰ ਸਕਦੇ ਹੋ। ਬਟ ਇਸ ਤੋਂ ਬਾਅਦ ਵੀ ਜੇ ਤੁਹਾਨੂੰ ਕੋਈ ਡਾਊਟ ਹੈਗਾ ਕਿਸੇ ਵੀ ਟੌਪਿਕ ਦੇ ਵਿੱਚ, then you can message me or you can also mail me on my email id amarpteclasses@gmail.com and put your queries in the comment box, and don't forget to like, share and subscribe these videos. Thank you so much.